ਚਲੋ ਬੇਟਾ ਅੱਗੇ ਸਟਾਰਟ ਕਰਦੇ ਹਾਂ। ਐਕਚੁਅਲੀ ਅੱਜ ਨਾ ਲੈਕਚਰ ਭਾਰਤ ਬੰਦ ਕਰਕੇ ਮੈਂ ਕਾਲਜ ਜਾ ਨਹੀਂ ਸਕਿਆ, ਪਰ ਮੈਂ ਰਿਕਾਰਡਿੰਗ ਕਰ ਰਿਹਾ ਕੱਲ੍ਹ ਨੂੰ, ਕਿਉਂਕਿ ਕਾਲਜ ਪਾਰਟੀ ਆ, ਫਿਰ ਨਹੀਂ ਉੱਥੇ ਟਾਈਮ ਲੱਗਣਾ, ਕਿਉਂਕਿ ਪਾਰਟੀ ਦੀ ਅਰੇਂਜਮੈਂਟ ਕਰਨੀ ਪੈਂਦੀ ਹੈ। ਦੈਨ ਫਿਰ ਲੈਕਚਰ ਰਿਕਾਰਡਿੰਗ 'ਚ ਰਹਿ ਜਾਂਦਾ ਵਾ। ਸੋ ਮੈਂ ਅੱਜ ਲੈਕਚਰ ਰਿਕਾਰਡਿੰਗ ਕਰਨ ਲੱਗਾ। ਬਟ ਰਾਜੇ ਕਿਉਂਕਿ ਇਹ ਵੀਡੀਓ ਆ ਜਿਹੜੀ 8-8 9-9 GB ਦੀ ਹੋ ਜਾਂਦੀ ਆ, ਅਤੇ ਇੰਟਰਨੈੱਟ ਮੇਰੇ ਕੋਲ ਪਰਸਨਲੀ ਆ ਜਿਹੜਾ ਉਹ ਲਿਮਟਿਡ ਹੁੰਦਾ, ਦੈਨ ਤਾਂ ਕਰਕੇ ਮੈਂ ਕੱਲ੍ਹ ਨੂੰ ਅਪਲੋਡ ਕਰੂੰਗਾ। ਇਹ ਅੱਜ ਮੈਂ ਕਰ ਨਹੀਂ ਸਕਦਾ। ਸੋ ਇਸ ਕਰਕੇ ਮੈਂ ਰਿਕਾਰਡਿੰਗ ਅੱਜ ਕਰ ਰਿਹਾ, ਬਟ ਪੋਸਟ ਮੈਂ ਕੱਲ੍ਹ ਨੂੰ ਕਰ ਦਿਆਂਗਾ। ਠੀਕ ਆ। ਅਤੇ ਜਿਹੜਾ ਇਹ ਲੈਕਚਰ ਆ ਮੈਂ ਬਿਨਾਂ, ਕਿਉਂਕਿ ਮੇਰੇ ਕੋਲ ਸਟੈਂਡ ਹੈ ਨਹੀਂ, ਸੋ ਮੈਂ ਪੇਜ ਤੋਂ ਪੜ੍ਹਾਉਣ ਲੱਗਾ। ਬਟ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਈ ਮੈਨੂੰ ਵਟਸਐਪ 'ਤੇ ਦੱਸ ਦਿਓ। ਠੀਕ ਆ। ਮੈਂ ਜਿਹੜੀ ਚੀਜ਼ ਆ ਟੋਟਲ ਡੈਰੀਵੇਟਿਵ ਦਾ ਆਪਾਂ ਕੁਐਸਚਨ ਕੀਤੇ, ਜੋ ਪ੍ਰੋਬਲਮ ਤੁਹਾਨੂੰ ਆਊਗੀ ਉਹ ਮੈਨੂੰ ਪੁੱਛ ਲਿਓ। 2-4 ਕੁਐਸਚਨ ਕੀਤੇ ਸੀ, ਕੁਐਸਚਨ ਲੈਂਥੀ ਵੀ ਬਹੁਤ ਸੀ। ਅਤੇ ਦੂਸਰੀ ਗੱਲ, ਜੇ ਉਹਦੇ 'ਚ ਪ੍ਰੋਬਲਮ ਆਈ ਮੈਨੂੰ ਪੁੱਛ ਲਿਓ। ਮੈਨੂੰ ਪਤਾ, ਕਿਉਂਕਿ 2-4 ਕੁਐਸਚਨ ਤੁਸੀਂ ਪੁੱਛ ਲੈਣੇ ਆ, ਉਹਦੇ 'ਚੋਂ ਮੈਂ ਫੇਰ ਕਰਵਾ ਦੂੰਗਾ। ਠੀਕ ਹੈ। ਇੱਕ ਵਾਰੀ ਆਪਾਂ ਪਾਰਸ਼ਲ ਡੈਰੀਵੇਟਿਵ, ਮੈਨੂੰ ਇਹੀ ਆ ਵੀ ਇੱਕ ਵਾਰੀ ਇਹ ਛੇਤੀ ਤੋਂ ਛੇਤੀ ਖਤਮ ਹੋਵੇ ਆਪਣਾ ਚੈਪਟਰ, ਕਿਉਂਕਿ ਇਹ ਦੋਵੇਂ ਯੂਨਿਟਸ ਆ ਜਿਹੜੀਆਂ ਉਹਨਾਂ ਨੂੰ ਕਵਰ ਕਰਦਾ। ਸੋ ਇੱਥੇ ਜਿਹੜਾ ਹੈ ਤੁਹਾਨੂੰ ਪੇਜ ਦਿਸ ਰਿਹਾ, ਇਹ ਟੋਟਲ ਡੈਰੀਵੇਟਿਵ ਵਾਲੀ ਹੈ ਜਿਹੜੀ। ਉਸ ਤੋਂ ਅਗਲੀ ਐਕਸਰਸਾਈਜ਼ ਆ ਉਹਦਾ ਇਹ ਚੇਨ ਰੂਲ ਦੀ ਗੱਲ ਕੀਤੀ ਹੈ ਰਾਜੇ ਇਹਨਾਂ ਨੇ ਇਹਦੇ 'ਚ, ਅਤੇ ਆਪਾਂ ਅੱਗੇ ਇਸ ਚੇਨ ਰੂਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ। ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਦਾ। ਇਹ ਤੁਸੀਂ ਆਹ ਵਾਲਾ ਜਿਹੜਾ ਰਿਲੇਸ਼ਨ ਆ, ਇਹ ਪਹਿਲਾਂ ਵੀ ਕਿਤੇ ਦੇਖਿਆ ਹੋਊ, ਮੈਂ ਡਿਸਕਸ ਵੀ ਕੀਤਾ ਸੀ ਇਹ ਇੱਕ ਦਿਨ, ਪਰ ਫਿਰ ਮੈਂ ਦੁਬਾਰਾ ਥੋੜ੍ਹਾ ਜਿਹਾ ਤੁਹਾਨੂੰ ਯਾਦ ਕਰਵਾ ਦਿੰਦਾ ਇਹ ਵੀ ਕਿਵੇਂ ਕਰੀਦਾ। ਜਿਵੇਂ ਮੰਨ ਲਓ ਤੁਹਾਡੇ ਕੋਲ ਫੰਕਸ਼ਨ ਆ ਜ਼ੈਡ ਫੰਕਸ਼ਨ ਆ ਯੂ ਅਤੇ ਵੀ ਦਾ, ਅੱਗੇ ਯੂ ਅਤੇ ਵੀ ਫੰਕਸ਼ਨ ਆ ਉਹ ਐਕਸ ਅਤੇ ਵਾਈ ਦੇ। ਤੁਹਾਨੂੰ ਇਹ ਕੀ ਕਰਦੇ ਆ, ਡਾਇਰੈਕਟ ਪੁੱਛ ਲੈਂਦੇ ਆ ਕਿ ਵਟ ਇਜ਼ ਕਰਲ ਜ਼ੈਡ ਓਵਰ ਕਰਲ ਐਕਸ। ਤੁਹਾਨੂੰ ਸਕਿਪ ਕਰਨਾ ਪੈਂਦਾ ਯੂ ਅਤੇ ਵੀ ਨੂੰ। ਜਦੋਂ ਇਹ ਸਕਿਪ ਕਰਨਾ ਪੈਂਦਾ, ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਜਿਵੇਂ ਇੱਕ ਐਗਜ਼ਾਮਪਲ ਆ, ਮੰਨ ਲਓ ਜ਼ੈਡ ਆ ਜਿਹੜਾ ਉਹ ਯੂ ਪਲੱਸ ਵੀ ਆ, ਯੂ ਆ ਜਿਹੜਾ ਉਹ ਐਕਸ ਪਲੱਸ ਵਾਈ ਆ, ਵੀ ਆ ਜਿਹੜਾ ਉਹ ਐਕਸ ਪਲੱਸ ਵਾਈ ਆ। ਪੁੱਛਦੇ ਕੀ ਆ, ਕਰਲ ਜ਼ੈਡ ਓਵਰ ਕਰਲ ਐਕਸ। ਹੁਣ ਬੱਚਿਆਂ ਨੂੰ ਇਹ ਲੱਗਦਾ ਵੀ ਸਰ ਸਾਨੂੰ ਤਾਂ ਕਰਲ ਜ਼ੈਡ ਓਵਰ ਕਰਲ ਯੂ ਪੁੱਛਣਾ ਚਾਹੀਦਾ ਸੀ, ਕਿਉਂਕਿ ਜ਼ੈਡ ਅਤੇ ਯੂ ਵਿੱਚ ਇੱਕ ਰਿਲੇਸ਼ਨ ਆ ਜਿਹੜਾ ਸਾਫ਼ ਦਿਖ ਰਿਹਾ। ਇਸ ਤੋਂ ਇਲਾਵਾ ਹੋਰ ਕੋਈ ਰਿਲੇਸ਼ਨ ਹੀ ਨਹੀਂ ਦਿਸ ਰਿਹਾ। ਦੈਨ ਅਸਲ 'ਚ ਰਿਲੇਸ਼ਨ ਹੈਗਾ ਰਾਜੇ। ਜੇ ਇਸ ਯੂ ਨੂੰ ਇਹਦੇ 'ਚ ਪੁੱਟ ਕਰ ਦਉ ਅਤੇ ਵੀ ਨੂੰ ਵੀ ਇਸ ਵੈਲਿਊ 'ਚ ਪੁੱਟ ਕਰੋ ਤਾਂ ਕੀ ਆਊਗਾ। ਮੈਂ ਪੁੱਟ ਕਰਕੇ ਦਿਖਾਉਣਾ। ਜ਼ੈਡ ਯੂ ਦੀ ਜਗ੍ਹਾ 'ਤੇ ਕੀ ਸੀਗਾ, ਐਕਸ ਪਲੱਸ ਵਾਈ, ਵੀ ਦੀ ਜਗ੍ਹਾ 'ਤੇ ਕੀ ਹੈ, ਐਕਸ ਪਲੱਸ ਵਾਈ। ਇਹ ਦੋਵੇਂ ਯੂ ਅਤੇ ਵੀ ਦੀਆਂ ਵੈਲਿਊ ਭਰਤੀਆਂ, ਆਨਸਰ ਕੀ ਆਊਗਾ 2x ਪਲੱਸ 2y। ਹੁਣ ਜਿਹੜਾ ਇਹ ਜ਼ੈਡ ਬਣ ਗਿਆ ਤੁਹਾਡੇ ਕੋਲ 2x ਪਲੱਸ 2y। ਹੁਣ ਇੱਥੇ ਕਰਲ ਜ਼ੈਡ ਓਵਰ ਕਰਲ ਐਕਸ ਤੁਸੀਂ ਲੱਭ ਸਕਦੇ ਹੋ, ਕੀ ਆਊਗਾ 2। ਸੋ ਇੱਥੇ ਆਪਣੇ ਕੋਲ ਵੈਲਿਊ ਕੈਲਕੂਲੇਟ ਹੋ ਗਈ। ਹੁਣ ਤੁਹਾਨੂੰ ਈਜ਼ੀ ਵੀ ਲੱਗ ਰਿਹਾ ਇਹ, ਪਰ ਜਿਹੜਾ ਪਹਿਲਾਂ ਮੈਂ ਦੱਸਿਆ ਸੀ ਯੂ ਇਜ਼ ਅ ਫੰਕਸ਼ਨ ਆਫ ਜ਼ੈਡ ਇਜ਼ ਅ ਫੰਕਸ਼ਨ ਆਫ ਯੂ ਵੀ, ਜ਼ੈਡ ਇਜ਼ ਅ ਫੰਕਸ਼ਨ ਆਫ ਯੂ ਵੀ ਇਜ਼ ਅ ਫੰਕਸ਼ਨ ਆਫ ਐਕਸ ਵਾਈ। ਦੈਨ ਹੁਣ ਇਹ ਪੋਸੀਬਲ ਹੀ ਨਹੀਂ ਲੱਗ ਰਿਹਾ। ਸੋ ਇਸ ਕੇਸ 'ਚ ਤੁਸੀਂ ਕੀ ਕਰਨਾ ਹੁੰਦਾ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ। ਕਰਲ ਜ਼ੈਡ ਓਵਰ ਕਰਲ ਐਕਸ ਜਦੋਂ ਉਹਨਾਂ ਨੇ ਪੁੱਛ ਲਿਆ, ਤੁਸੀਂ ਸਭ ਤੋਂ ਪਹਿਲਾਂ ਇੱਕ ਕੁਐਸਚਨ ਪੁੱਛਣਾ ਵੀ ਆ ਜਿਹੜਾ ਜ਼ੈਡ ਆ ਇਹ ਕਿੰਨੇ ਵੇਰੀਏਬਲ ਦਾ ਫੰਕਸ਼ਨ ਆ। ਇਹ ਆਪਣੇ ਆਪ ਤੋਂ ਪੁੱਛਣਾ, ਆਪਣੇ ਮੂਹਰਲੇ ਸਟੂਡੈਂਟ ਤੋਂ ਨਹੀਂ ਪੁੱਛਣਾ, ਆਪਣੇ ਆਪ ਤੋਂ ਪੁੱਛਣਾ ਪੇਪਰ 'ਚ। ਤੁਹਾਨੂੰ ਜਵਾਬ ਮਿਲੂਗਾ 2 ਦਾ। ਸੋ ਨੰਬਰ 2, ਜਦੋਂ ਵੀ ਇਹ ਨੰਬਰ 2 ਆ ਗਿਆ, ਦੈਨ ਤੁਹਾਡੇ ਦਿਮਾਗ 'ਚ ਆਉਣਾ ਚਾਹੀਦਾ ਪਾਰਸ਼ੈਲਿਟੀ, ਕਿਉਂਕਿ ਜਿੱਥੇ 2 ਬੰਦੇ ਖੜ੍ਹੇ ਆ ਉੱਥੇ ਪਾਰਸ਼ੈਲਿਟੀ ਕੀਤੀ ਜਾ ਸਕਦੀ ਹੈ। ਜੇ ਮੰਨ ਲਓ ਇਹ ਵੀ ਨਾ ਹੁੰਦਾ ਇੱਥੇ, ਤਾਂ ਫਿਰ ਪਾਰਸ਼ੈਲਿਟੀ ਕਿਹਦੇ ਨਾਲ ਕਰਦੇ। ਸੋ ਪਾਰਸ਼ੈਲਿਟੀ ਉੱਥੇ ਹੋ ਹੀ ਨਹੀਂ ਸੀ ਸਕਦੀ। ਸੋ ਜਿੱਥੇ 2 ਆ ਗਿਆ ਉੱਥੇ ਤੁਹਾਨੂੰ ਆਹ ਜਿਹੜਾ ਹੈ ਪਾਰਸ਼ਲ, ਇਹ ਜਿਹੜਾ ਮੈਂ ਸਾਈਨ ਪਾਇਆ, ਇਹ ਤੁਹਾਡੇ ਦਿਮਾਗ 'ਚ ਆਉਣਾ ਚਾਹੀਦਾ, ਆਹ ਵਾਲਾ ਕਰਲ।
ਜਦੋਂ ਇਹ ਕਰਲ ਆ ਗਿਆ, ਕਿਉਂਕਿ ਇਹ 2 ਕਰਕੇ ਜਿੱਥੇ ਵੀ 2 ਆ, 2 ਜਾਂ 2 ਤੋਂ ਵੱਧ ਵੇਰੀਏਬਲ ਆ ਉੱਥੇ ਕਰਲ ਪਾ ਦੇਣਾ ਤੁਸੀਂ। ਕਰਲ ਜ਼ੈਡ ਸੇਮ ਕਿਹਦਾ ਇਹ ਵੇਰੀਏਬਲ ਹੈ, ਪਹਿਲਾ ਵੇਰੀਏਬਲ ਯੂ, ਠੀਕ ਹੈ, ਉਸ ਤੋਂ ਬਾਅਦ ਵੀ, ਦੋਵੇਂ ਲਿਖ ਲਏ। ਉਸ ਤੋਂ ਬਾਅਦ ਤੁਸੀਂ ਆਪਣੇ ਆਪ ਤੋਂ ਇੱਕ ਹੋਰ ਕੁਐਸਚਨ ਪੁੱਛਣਾ, ਯੂ ਕਿਹਦਾ ਫੰਕਸ਼ਨ ਆ, ਐਕਸ ਦਾ ਕਿ ਵਾਈ ਦਾ। ਹੁਣ ਇੱਥੇ ਫੇਰ 2 ਆ ਗਏ, ਜਦੋਂ 2 ਆ ਗਏ ਫਿਰ ਤੁਸੀਂ ਇੱਥੇ ਪਾ ਦੇਣਾ ਕਰਲ। ਹੁਣ ਉੱਪਰ ਇੱਥੇ ਕੀ ਲਿਖਣਾ, ਇਸ ਜਗ੍ਹਾ 'ਤੇ ਇੱਥੇ ਲਿਖਣਾ ਇਹ ਵਾਲਾ ਯੂ, ਦੈਨ ਨੀਚੇ ਵੀ ਕਰਲ ਹੀ ਆਉਣਾ, ਕਰਲ ਅਤੇ ਡੀ ਦਾ ਕੋਈ ਰਿਲੇਸ਼ਨ ਨਹੀਂ ਹੁੰਦਾ, ਨੀਚੇ ਵੀ ਕਰਲ ਆਊਗਾ। ਅਤੇ ਇੱਥੇ ਕੀ ਆਊਗਾ, ਹੁਣ ਇੱਥੇ ਆ ਵੇਰੀਏਬਲ ਐਕਸ। ਜਾਣੀ ਕਿ ਤੁਹਾਨੂੰ ਇੱਕ ਚੀਜ਼ ਸਮਝ ਲੱਗੀ ਵੀ ਸ਼ੁਰੂ ਵੀ ਜ਼ੈਡ ਤੋਂ ਹੀ ਹੋਇਆ, ਆਹ ਦੇਖੋ, ਅਤੇ ਖ਼ਤਮ ਐਕਸ ਤੋਂ ਹੋਇਆ। ਸ਼ੁਰੂ ਇੱਥੋਂ ਜ਼ੈਡ ਤੋਂ, ਖ਼ਤਮ ਐਕਸ 'ਤੇ। ਇਹ ਜ਼ੈਡ ਅਤੇ ਐਕਸ ਇਸ ਕਰਕੇ ਸਪੈਸ਼ਲ ਆ। ਉਸ ਤੋਂ ਬਾਅਦ ਆਪਣੇ ਕੋਲ ਕੀ ਆ ਕਿ ਜ਼ੈਡ ਓਵਰ ਵੀ ਦੀ ਗੱਲ ਆ ਗਈ ਹੈ ਨਾ, ਇੱਥੇ ਤੁਸੀਂ ਪਲੱਸ ਦਾ ਸਾਈਨ ਪਾ ਦੇਣਾ। ਹੁਣ ਜ਼ੈਡ ਓਵਰ ਵੀ ਆ, ਵੀ ਦਾ ਸੋਚੋ, ਵੀ ਕਿੰਨਿਆਂ ਦਾ ਫੰਕਸ਼ਨ, ਤੁਸੀਂ ਕਹੋਗੇ ਸਰ ਵੀ ਐਕਸ ਅਤੇ ਵਾਈ ਦਾ ਹੀ ਹੈ, 2 ਦਾ। ਸੋ ਇੱਥੇ ਫਿਰ ਕਰਲ ਪਾ ਦਿਓ। ਜਦੋਂ ਕਰਲ ਪਾਤਾ ਫਿਰ ਇੱਥੇ ਸੋਚੋ ਕੀ ਆਊਗਾ, ਇੱਥੇ ਆਊਗਾ ਆਹ ਵਾਲਾ ਫੰਕਸ਼ਨ ਵੀ, ਕਰਲ ਵੀ ਨੀਚੇ ਵੀ ਕਰਲ ਹੀ ਆਉਣਾ। ਹੁਣ ਇਸ ਤੋਂ ਬਾਅਦ ਐਂਡ ਕਿਹਦੇ 'ਤੇ ਹੋਣਾ, ਐਂਡ ਹਮੇਸ਼ਾ ਇਹਦੇ 'ਤੇ ਹੋਣਾ, ਸ਼ੁਰੂ ਜ਼ੈਡ ਤੋਂ ਹੋਣਾ, ਐਂਡ ਐਕਸ 'ਤੇ ਹੋਣਾ, ਕਿਉਂਕਿ ਜ਼ੈਡ ਅਤੇ ਐਕਸ ਇੰਪੋਰਟੈਂਟ ਆ। ਆਹ ਤੁਹਾਡਾ ਰਿਲੇਸ਼ਨ ਬਣ ਗਿਆ। ਹੁਣ ਇਹਨੂੰ ਵਰਤ ਕੇ ਦਿਖਾਓ ਮੈਨੂੰ। ਜ਼ੈਡ ਕੀ ਸੀਗਾ, ਯੂ ਪਲੱਸ ਵੀ, ਯੂ ਕੀ ਸੀਗਾ, ਐਕਸ ਪਲੱਸ ਵਾਈ, ਵੀ ਕੀ ਸੀਗਾ, ਐਕਸ ਪਲੱਸ ਵਾਈ। ਹੁਣ ਕੀ ਹੈ, ਮੈਂ ਤੁਹਾਨੂੰ ਕਹਿੰਦਾ ਕਰਲ ਜ਼ੈਡ ਓਵਰ ਕਰਲ ਐਕਸ ਦੱਸੋ। ਤੁਸੀਂ ਲਿਖਿਆ ਕਰਲ ਜ਼ੈਡ ਓਵਰ ਕਰਲ ਯੂ, ਕਰਲ ਯੂ ਓਵਰ ਕਰਲ ਐਕਸ, ਕਰਲ ਜ਼ੈਡ ਓਵਰ ਕਰਲ ਵੀ, ਕਰਲ ਵੀ ਓਵਰ ਕਰਲ ਐਕਸ। ਪਤਾ ਲੱਗ ਗਿਆ ਯੂ ਅਤੇ ਵੀ, ਹੋਰ ਤਾਂ ਕੁਛ ਬਦਲ ਹੀ ਨਹੀਂ ਰਿਹਾ, ਬਸ ਆਹ ਚੀਜ਼ ਹੀ ਬਦਲੀ ਆ। ਟੇਢੇ ਰੂਪ 'ਚ ਦੇਖੋ ਇਹਨੂੰ, ਪਹਿਲੇ ਸਰਕਲ 'ਚ ਕੀ ਹੈ ਯੂ, ਦੂਜੇ 'ਚ ਵੀ, ਯੂ ਅਤੇ ਵੀ, ਬਾਕੀ ਤਾਂ ਕਰਲ ਜ਼ੈਡ ਓਵਰ ਕਰਲ ਐਕਸ ਹੀ ਪਿਆ ਇੱਧਰ ਨੂੰ ਤਾਂ। ਅੱਛਾ, ਹੁਣ ਇਹਦੇ 'ਚ ਮੈਨੂੰ ਇੱਕ ਚੀਜ਼ ਦੱਸੋ ਬਈ ਕਰਲ ਜ਼ੈਡ ਓਵਰ ਕਰਲ ਯੂ ਕੀ ਹੈ। ਤੁਸੀਂ ਕਹੋਗੇ ਸਰ ਇੱਥੋਂ ਕੱਢ ਲਓ, ਮੈਂ ਕਹੂੰਗਾ 1 ਆਉਂਦਾ ਬਾਈ। ਕਰਲ ਯੂ ਓਵਰ ਕਰਲ ਐਕਸ ਕੀ ਹੈ, ਤੁਸੀਂ ਕਹੋਗੇ ਇਹ ਵੀ 1 ਆਉਂਦਾ, ਇੱਥੋਂ ਕੱਢ ਲਿਆ। ਕਰਲ ਜ਼ੈਡ ਓਵਰ ਕਰਲ ਵੀ ਕੀ ਹੈ, ਤੁਸੀਂ ਕਹੋਗੇ ਇੱਥੋਂ ਕੱਢੋ, 1 ਆਉਂਦਾ। ਯੂ ਨੂੰ ਕੌਂਸਟੈਂਟ ਮੰਨ ਲਓ, ਇਹ ਇੱਥੋਂ ਕੈਲਕੂਲੇਟ ਕਰ ਲਓ। ਵੀ ਦੇ ਵਿਦ ਰਿਸਪੈਕਟ ਟੂ ਕੀ ਆਊਗਾ, ਓਬਵੀਅਸਲੀ 1, ਯੂ 0 ਆ ਜਾਊਗਾ, ਇਹ 1 ਆ ਜਾਊਗਾ। ਫਿਰ ਕਰਲ ਵੀ ਓਵਰ ਕਰਲ ਐਕਸ ਕੀ ਆ, ਆਹ ਦੇਖੋ ਇੱਥੋਂ ਕੈਲਕੂਲੇਟ ਕਰੋ, ਵੀ ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ ਐਕਸ ਕੀ ਆਊਗਾ, 1। ਸੋ ਆਨਸਰ ਇਜ਼ 2। ਠੀਕ ਹੈ ਜੀ। ਸੋ ਆਹ ਤੁਹਾਡਾ ਆਨਸਰ ਆ ਗਿਆ। ਮੈਂ ਇੱਕ ਵਾਰੀ ਰਿਪੀਟ ਕਰ ਦਿੰਦਾ, ਆਹ ਚੀਜ਼ ਆ ਗਈ। ਕਰਲ ਜ਼ੈਡ ਓਵਰ ਕਰਲ ਯੂ ਇੱਥੋਂ ਕੈਲਕੂਲੇਟ ਹੋਊਗਾ, ਇਹਦਾ ਡੈਰੀਵੇਟਿਵ ਮੈਂ ਤੁਹਾਨੂੰ ਕਹਿੰਦਾ ਜ਼ੈਡ ਦਾ ਵਿਦ ਰਿਸਪੈਕਟ ਟੂ ਯੂ ਕਰਨਾ, ਵੀ ਨੂੰ ਕੌਂਸਟੈਂਟ ਮੰਨ ਲੈਣਾ। ਕੀ ਆਊਗਾ ਇਹ, ਯੂ ਦੇ ਵਿਦ ਰਿਸਪੈਕਟ ਟੂ ਕੀਤਾ, ਯੂ ਦੇ 1 ਆ ਗਿਆ, ਵੀ ਦੇ ਨਾਲ 0 ਆ ਜਾਊਗਾ, ਆ ਜਾਊਗਾ ਨਾਲ। ਫਿਰ ਯੂ ਦਾ ਵਿਦ ਰਿਸਪੈਕਟ ਟੂ ਐਕਸ ਕਰਨਾ, ਯੂ 'ਚ ਕੀ ਹੈ ਐਕਸ ਅਤੇ ਵਾਈ, ਇਹਦਾ ਮਤਲਬ ਵਾਈ ਨੂੰ, ਵਾਈ ਨਾਲ ਪਾਰਸ਼ੈਲਿਟੀ ਕਰਨੀ ਹੈ, ਵਾਈ ਨੂੰ ਕੌਂਸਟੈਂਟ ਬਣਨਾ, ਐਕਸ ਦਾ ਡੈਰੀਵੇਟਿਵ ਕਰਨਾ ਵਿਦ ਰਿਸਪੈਕਟ ਟੂ ਕਿਹਦੇ, ਐਕਸ ਦੇ। ਕੀ ਆਊਗਾ 1, ਵਾਈ ਨਾਲ ਪਾਰਸ਼ੈਲਿਟੀ 0। ਫਿਰ ਜ਼ੈਡ ਦੀ ਗੱਲ ਆ ਗਈ, ਜ਼ੈਡ 'ਚ ਚਲੇ ਗਏ, ਵੀ ਦੇ ਵਿਦ ਰਿਸਪੈਕਟ ਟੂ ਕੀਤਾ, ਹੁਣ ਇਹਦੇ ਮਤਲਬ ਯੂ ਨਾਲ ਪਾਰਸ਼ੈਲਿਟੀ ਹੋ ਗਈ, ਵੀ ਦਾ ਕੀ ਆ ਜਾਊਗਾ, ਯੂ ਦਾ ਵਿਦ ਰਿਸਪੈਕਟ ਟੂ ਵੀ ਕੀਤਾ 0, ਵੀ ਦਾ ਵਿਦ ਰਿਸਪੈਕਟ ਟੂ ਵੀ ਕਰਨਾ, ਵਿਦ ਰਿਸਪੈਕਟ ਟੂ ਵੀ ਕਿਉਂ ਕਰਨਾ, ਆਹ ਦੇਖੋ ਕੀ ਲਿਖਿਆ, ਵਿਦ ਰਿਸਪੈਕਟ ਟੂ ਵੀ, ਉਹ ਕੀ ਆ ਜਾਊਗਾ 1। ਫਿਰ ਵੀ ਓਵਰ ਐਕਸ, ਜਾਣੀ ਕਿ ਇੱਥੇ ਆ ਗਏ। ਹੁਣ ਵੀ ਦੇ ਜੋ ਵਿੱਚ ਐਕਸ ਵੀ ਆ, ਵਾਈ ਵੀ ਹੈ, ਇੱਥੇ ਇਕੱਲਾ ਐਕਸ ਲਿਖਿਆ, ਇਹਦਾ ਮਤਲਬ ਐਕਸ ਨੂੰ ਇੰਪੋਰਟੈਂਸ ਦੇਣੀ ਆ, ਵਾਈ ਨੂੰ ਕੌਂਸਟੈਂਟ ਮੰਨਣਾ। ਡੈਰੀਵੇਟਿਵ ਕਿਹਦੇ ਵਿਦ ਰਿਸਪੈਕਟ ਟੂ ਕਰਨਾ, ਆਹ ਲਿਖਿਆ ਐਕਸ ਦੇ। ਸੋ ਇਹਦਾ ਮਤਲਬ ਕੀ ਆਊਗਾ, ਵੀ ਦਾ ਵਿਦ ਰਿਸਪੈਕਟ ਟੂ ਐਕਸ ਕੀਤਾ 1, ਵਾਈ ਦਾ ਵਿਦ ਰਿਸਪੈਕਟ ਟੂ ਐਕਸ ਕੀਤਾ 0। ਸੋ ਇਹਨੂੰ ਸਿੰਪਲੀਫਾਈ ਕਰ ਲਿਓ, ਇਹ ਤੁਹਾਡਾ ਆਨਸਰ ਆ ਜਾਊਗਾ ਫਿਰ 2, ਜਿਹੜਾ ਪਹਿਲਾਂ ਆਇਆ ਸੀ। ਠੀਕ ਹੈ। ਸੋ ਇਸ ਤਰੀਕੇ ਨਾਲ ਆਪਾਂ ਕੈਲਕੂਲੇਟ ਕਰਨਾ। ਅੱਛਾ, ਇੱਕ ਚੀਜ਼ ਦੇਖੋ, ਜੇ ਯੂ ਆ, ਜ਼ੈਡ ਆ, ਜੇ ਫੰਕਸ਼ਨ ਆ, ਤੁਸੀਂ ਮੰਨ ਲਿਆ
u ਤੇ v ਤੇ ਮੰਨ ਲਓ u ਤੇ v ਅੱਗੇ ਫੰਕਸ਼ਨ ਆ t ਦੇ। ਸਭ ਤੋਂ ਪਹਿਲਾਂ ਇੱਥੇ ਮੰਨ ਲਓ z ਹੈ u ਪਲੱਸ v ਹੈ, u ਆ ਜਿਹੜਾ ਉਹ t ਹੈ, v ਆ ਜਿਹੜਾ ਉਹ t ਸਕੇਅਰ ਆ। ਇੱਥੇ ਮੈਂ ਪੁੱਟ ਕਰਤੀਆਂ ਵੈਲਿਊਜ਼, u ਆ ਗਿਆ t, v ਆ ਗਿਆ t ਸਕੇਅਰ। ਹੁਣ ਆਪਣੇ ਕੋਲ z ਦੀ ਵੈਲਿਊ ਸਾਫ਼ ਤੁਹਾਨੂੰ ਦਿਸੀ ਜਾਂਦੀ ਹੈ ਕੀ ਹੈ। ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣ ਲੱਗਾ, z ਦੀ ਵੈਲਿਊ ਕੀ ਆ? t ਪਲੱਸ t ਸਕੇਅਰ ਬਣ ਚੁੱਕੀ। ਕੀ ਮੈਂ ਇੱਥੇ ਤੁਹਾਨੂੰ ਇਹ ਪੁੱਛ ਸਕਦਾ ਕਰਲ z ਓਵਰ ਕਰਲ t? z ਕਿੰਨੇ ਵੇਰੀਏਬਲ ਦਾ ਫੰਕਸ਼ਨ ਆ? ਇੱਕ ਦਾ। ਅਤੇ ਜਦੋਂ ਇੱਕ ਆ ਤਾਂ ਫਿਰ ਪਾਰਸ਼ੈਲਿਟੀ ਕਾਹਦੀ? ਸੋ ਇਹ ਲਿਖਣ ਦੀ ਬਜਾਏ ਮੈਂ ਤੁਹਾਨੂੰ ਕਹੂੰਗਾ dz ਓਵਰ dt ਕੈਲਕੂਲੇਟ ਕਰੋ। ਬੈਕ ਚਲੇ ਗਏ, ਆਪਾਂ ਨੂੰ ਫਾਰਮੂਲਾ ਹੀ ਨਹੀਂ ਪਤਾ ਇਹਦਾ। ਅੱਛਾ, dz ਓਵਰ dt ਕੈਲਕੂਲੇਟ ਕਰ ਲਓ। ਪਹਿਲਾਂ ਤਾਂ ਇਹ ਦਿਸੀ ਜਾਂਦਾ, ਪਲੱਸ 2 'ਚ ਜਿਵੇਂ ਕਰਦੇ ਹੋ, ਇਹ ਕੀ ਆਊਗਾ 1, ਇਹ ਕੀ ਆਊਗਾ t ਸਕੇਅਰ ਦਾ 2t। ਸੋ 1 ਪਲੱਸ 2t ਆਨਸਰ ਆਉਣਾ ਚਾਹੀਦਾ, ਪਰ ਆਪਣੇ ਕੋਲ ਇੱਦਾਂ ਨਹੀਂ ਕੈਲਕੂਲੇਟ ਹੋਣਾ। ਆਪਣੇ ਕੋਲ ਇੱਕ ਪੂਰੀ ਵੈਲਿਊ ਹੈ, ਕੀ ਹੈ z u ਵੀ, u ਕੀ ਹੈ t, v ਕੀ ਹੈ t ਸਕੇਅਰ। ਹੁਣ dz ਓਵਰ dt ਕੈਲਕੂਲੇਟ ਕਰਨ ਨੂੰ ਉਹ ਕਹਿਣਗੇ ਤੁਹਾਨੂੰ। ਕੈਲਕੂਲੇਟ ਕਰਨਾ ਕਿਵੇਂ ਹੈ? ਸਭ ਤੋਂ ਪਹਿਲਾਂ z ਤੋਂ ਸ਼ੁਰੂ ਹੋਣਾ, ਖਤਮ ਕਿਹਦੇ 'ਤੇ ਹੋਣਾ? t 'ਤੇ। z ਕਿੰਨੇ ਵੇਰੀਏਬਲ ਦਾ ਫੰਕਸ਼ਨ ਆ? ਤੁਸੀਂ ਕਹੋਗੇ ਸਰ 2 ਦਾ। ਸੋ ਇੱਥੇ ਕਰਲ ਪਾ ਲਿਆ, ਨਾਲ ਕੀ ਆਊਗਾ z, ਨੀਚੇ ਵੀ ਫਿਰ ਕਰਲ ਹੀ ਆਉਣਾ। ਕਰਲ ਤੋਂ ਬਿਨਾਂ ਕੁਛ ਨਹੀਂ ਆ ਸਕਦਾ, ਡੀ ਨਹੀਂ ਆਉਣਾ। ਜਦੋਂ ਉੱਪਰ ਕਰਲ ਲਿਖਤਾ ਨੀਚੇ ਵੀ ਕਰਲ। ਹੁਣ ਸਭ ਤੋਂ ਪਹਿਲਾ ਵੇਰੀਏਬਲ ਕੀ ਹੈ? u। ਦੂਜਾ ਵੇਰੀਏਬਲ ਕੀ ਹੈ? v। ਇਹ ਲਿਖ ਲਏ। ਹੁਣ ਸਭ ਤੋਂ ਪਹਿਲਾਂ u ਕਿੰਨਿਆਂ ਦਾ ਫੰਕਸ਼ਨ ਹੈ? u ਤੁਸੀਂ ਕਹੋਗੇ ਸਰ 1 ਦਾ। ਫਿਰ ਜਦੋਂ ਇੱਥੇ 1 ਆ ਨਾ, ਇੱਥੇ d ਪਾ ਲਿਆ। ਗਾਂਹ ਕੀ ਆਊਗਾ? u ਹੀ ਆਉਣਾ, ਜੋ ਨੀਚੇ ਹੁੰਦਾ ਉਹੀ ਉੱਪਰ ਆਉਂਦਾ ਹੁੰਦਾ। ਜੋ ਇੱਥੇ u ਨੀਚੇ ਆ ਉਹ ਉੱਪਰ। ਅੱਛਾ du, ਪਰ ਖ਼ਤਮ ਕਿਹਦੇ 'ਤੇ ਹੋਣਾ? t 'ਤੇ। ਸੋ ਇੱਥੇ ਤਾਂ t ਆਊਗਾ, ਪਰ ਨਾਲ ਵੀ d ਆਊਗਾ। ਕਿਉਂ? ਕਿਉਂਕਿ ਜਦੋਂ ਉੱਪਰ d ਲਿਖਤਾ ਨੀਚੇ ਵੀ d। ਇੱਥੇ ਪਤਾ ਸਾਈਨ ਪਲੱਸ ਦਾ। ਹੁਣ v ਕਿੰਨਿਆਂ ਦਾ ਫੰਕਸ਼ਨ ਆ? 1 ਦਾ। ਸੋ ਇਹਦਾ ਮਤਲਬ ਕੀ ਇੱਥੇ ਆਊਗਾ dv। ਨੀਚੇ ਵੀ ਸੀ ਤੇ ਉੱਤੇ ਵੀ v ਆਊਗਾ। ਐਂਡ ਕਿਹਦੇ 'ਤੇ ਹੋਣਾ? t 'ਤੇ ਹੀ ਹੋਣਾ। ਹੁਣ ਇੱਕ ਚੀਜ਼ ਨੂੰ ਧਿਆਨ ਨਾਲ ਦੇਖ ਲਓ, ਆਹ ਜਿਹੜਾ ਇੱਥੇ u ਆ, ਆਹ ਜਿਹੜਾ ਇੱਥੇ v ਆ, u v, ਆਹ ਕੀ ਹੈ? ਕਰਲ z। ਇੱਥੇ ਦੇਖੋ z ਤੋਂ ਸ਼ੁਰੂ ਹੁੰਦਾ t 'ਤੇ ਖਤਮ, z ਤੋਂ ਸ਼ੁਰੂ ਹੁੰਦਾ t 'ਤੇ ਖਤਮ। ਹੁਣ ਇਸ ਫਾਰਮੂਲੇ ਨੂੰ ਵਰਤ ਕੇ ਮੈਂ ਤੁਹਾਨੂੰ ਦਿਖਾਉਣਾ ਸੋਲਵ ਕਿਵੇਂ ਕਰੀਦਾ। dz ਓਵਰ dt ਕੈਲਕੂਲੇਟ ਕਰਨਾ। ਸਭ ਤੋਂ ਪਹਿਲਾਂ ਇਹਨੂੰ ਥੋੜ੍ਹਾ ਜਿਹਾ ਛੋਟਾ ਲਿਖੀਏ, ਵੱਡਾ ਹੋ ਗਿਆ। ਕੀ ਆਊਗਾ? ਕਰਲ z ਓਵਰ ਕਰਲ u du ਓਵਰ dt, ਕਰਲ z ਓਵਰ ਕਰਲ v dv ਓਵਰ dt। ਕਰਲ z ਓਵਰ ਕਰਲ u ਕੀ ਆਊਗਾ? ਇੱਥੋਂ ਕੈਲਕੂਲੇਟ ਕਰੋ। u z ਆ ਜਿਹੜਾ ਦੋਵਾਂ ਦਾ ਵੇਰੀਏਬਲ ਦਾ ਫੰਕਸ਼ਨ ਆ, v ਆ ਜਿਹੜਾ ਉਹਦੇ 'ਚ ਹੈ ਹੀ ਨਹੀਂ, ਮਤਲਬ v ਨੂੰ ਕੌਂਸਟੈਂਟ ਮੰਨਣਾ। ਸੋ ਕਰਲ z ਓਵਰ ਕਰਲ u ਕੀ ਆਊਗਾ? 1। u ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ u 1 ਹੁੰਦਾ। v ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ u ਕੀ ਆਊਗਾ? ਕਿਉਂਕਿ v ਕੌਂਸਟੈਂਟ ਆ, ਸੋ 0। du dt ਕੀ ਆਊਗਾ? ਇਹ ਸਾਫ਼ ਦਿਸੀ ਜਾਂਦਾ, ਇੱਥੋਂ ਕੈਲਕੂਲੇਟ ਕਰੋ। +2 ਵਾਲਾ ਕੰਮ ਆ, 1 ਆਊਗਾ। ਕਰਲ z ਓਵਰ ਕਰਲ v ਕੀ ਆਊਗਾ? ਇੱਥੋਂ ਹੀ ਕੈਲਕੂਲੇਟ ਕਰੋ। ਫਿਰ ਇੱਥੇ v ਆ, ਇਹਦਾ ਮਤਲਬ v ਨੂੰ ਵੇਰੀਏਬਲ ਮੰਨਣਾ, u ਨੂੰ ਕੌਂਸਟੈਂਟ ਮੰਨਣਾ। ਸੋ ਇੱਥੇ u ਕੀ ਆ ਜਾਊਗਾ? 0। ਆ ਪਿਆ ਜਿਹੜਾ ਕਰਲ z ਦਾ ਵਿਦ ਰਿਸਪੈਕਟ ਟੂ v ਕਰ ਦਿਓ, ਉਹ ਕੀ ਆਊਗਾ? 1। ਇਹ ਤੁਹਾਨੂੰ ਕਰਨਾ ਆਉਂਦਾ ਹੀ ਆ। dv dt ਕੀ ਆਊਗਾ? ਆਹ +2 ਵਾਲਾ ਕੰਮ, v ਦੀ ਵੈਲਿਊ t ਸਕੇਅਰ ਆ, ਸੋ dv dt 2t ਆਊਗਾ। ਇਹਨੂੰ ਸਿੰਪਲੀਫਾਈ ਕਰਕੇ ਦੇਖ ਲਿਓ, ਇਹ ਫਿਰ 1 + 2t ਹੀ ਬਣ ਜਾਣਾ। ਆਹ ਜਿਹੜੀ ਚੀਜ਼ ਆ ਥੱਲੇ ਪਈ, ਠੀਕ ਆ। ਸੋ ਇਸ ਤਰੀਕੇ ਨਾਲ ਕੈਲਕੂਲੇਟ ਕਰਕੇ ਆਪਾਂ ਦਿਖਾਈ ਜਾਣਾ। ਸੋ ਆਪਾਂ ਹੁਣ ਮੈਂ ਐਗਜ਼ਾਮਪਲ 'ਤੇ ਚੱਲਦਾ, ਉੱਥੇ ਮੈਂ ਉੱਤੋਂ ਉਹਦੇ ਤੋਂ ਪੜ੍ਹਾਊਂਗਾ। ਆਹ ਪਈ ਐਗਜ਼ਾਮਪਲ ਪਹਿਲੀ।
ਕਹਿੰਦਾ ਚੇਨ ਰੂਲ ਨੂੰ ਵਰਤੋ। ਚੇਨ ਰੂਲ ਉਹੀ ਹੈ ਜਿਹੜਾ ਮੈਂ ਸਮਝਾ ਕੇ ਹਟਿਆ ਤੁਹਾਨੂੰ। ਫਾਈਂਡ ਦਾ ਡੈਰੀਵੇਟਿਵ ਆਫ ਜ਼ੈਡ ਵਿਦ ਰਿਸਪੈਕਟ ਟੂ ਟੀ। ਮਤਲਬ ਕਹਿੰਦਾ ਜ਼ੈਡ ਦਾ ਕਰਨਾ ਪਰ ਵਿਦ ਰਿਸਪੈਕਟ ਟੂ ਟੀ, ਮਤਲਬ ਡੀ ਜ਼ੈਡ ਡੀ ਟੀ ਕੈਲਕੂਲੇਟ ਕਰਨ ਨੂੰ ਕਹਿ ਰਿਹਾ ਉਹ ਤੁਹਾਨੂੰ। ਅਤੇ ਡੀ ਜ਼ੈਡ ਡੀ ਟੀ ਕਿਉਂ ਆ? ਕਿਉਂਕਿ ਦੇਖੋ ਜ਼ੈਡ ਆ ਜਿਹੜਾ ਉਹ ਫੰਕਸ਼ਨ ਕਿਹਦਾ? ਐਕਸ ਅਤੇ ਵਾਈ ਦਾ। ਅਤੇ ਐਕਸ ਵਾਈ ਅੱਗੇ ਕਿਹਦੇ ਫੰਕਸ਼ਨ ਆ? ਧਿਆਨ ਨਾਲ ਦੇਖੋ ਸਟੇਟਮੈਂਟ 'ਚ, ਟੀ ਦੇ ਇਕਲੌਤੇ ਇੱਕ ਫੰਕਸ਼ਨ ਦੇ। ਸੋ ਜ਼ੈਡ ਦਾ ਵਿਦ ਰਿਸਪੈਕਟ ਟੂ ਟੀ ਕੀ ਹੋ ਸਕਦਾ? ਡੀ ਜ਼ੈਡ ਡੀ ਟੀ, ਹੋਰ ਕੋਈ ਚਾਂਸ ਹੀ ਨਹੀਂ ਹੈ। ਫਾਰਮੂਲਾ ਥੱਲੇ ਲਿਖਤਾ ਉਹਨਾਂ ਨੇ। ਆਹ ਫਾਰਮੂਲਾ ਦੇਖੋ ਕਿਵੇਂ ਆਇਆ ਹੋਊ, ਹੁਣ ਤੁਹਾਨੂੰ ਪਤਾ ਲੱਗਦਾ ਇਹ। ਆਹ ਦੇਖੋ ਡੀ ਜ਼ੈਡ ਡੀ ਟੀ ਆ। ਸਭ ਤੋਂ ਪਹਿਲਾਂ ਕੀ ਆਇਆ ਹੋਇਆ? ਕਰਲ ਜ਼ੈਡ ਓਵਰ ਕਰਲ ਐਕਸ। ਕਿਉਂ? ਕਿਉਂਕਿ ਜ਼ੈਡ ਇਜ਼ ਅ ਫੰਕਸ਼ਨ ਆਫ ਐਕਸ ਵਾਈ। ਫਿਰ ਡੀ ਐਕਸ ਡੀ ਟੀ ਕਿਉਂ ਆਇਆ? ਕਿਉਂਕਿ ਐਕਸ ਅੱਗੇ ਸਿਰਫ ਟੀ ਦਾ ਫੰਕਸ਼ਨ ਆ, ਵਾਈ ਵੀ ਸਿਰਫ ਟੀ ਦਾ ਫੰਕਸ਼ਨ ਆ। ਫਿਰ ਜ਼ੈਡ ਦੇ ਦੂਸਰਾ ਵੇਰੀਏਬਲ ਕੀ ਆ? ਵਾਈ। ਕੱਲ ਜ਼ੈਡ ਓਵਰ ਕਰਲ ਵਾਈ ਆ ਗਿਆ। ਡੀ ਵਾਈ ਡੀ ਟੀ ਕਿਉਂ ਆਇਆ? ਕਿਉਂਕਿ ਵਾਈ ਦਾ ਕੱਲੇ ਟੀ ਦਾ। ਸੋ ਇਹ ਫਾਰਮੂਲੇ ਨੂੰ ਯਾਦ ਰੱਖਣਾ ਤੁਸੀਂ। ਕਰਲ ਜ਼ੈਡ ਓਵਰ ਕਰਲ ਐਕਸ ਕੈਲਕੂਲੇਟ ਕਰਨਾ ਤੁਹਾਨੂੰ ਆਉਂਦਾ ਹੀ ਆ, ਉਹਦੇ 'ਚ ਕੁਛ ਖਾਸ ਗੱਲ ਹੈ ਹੀ ਨਹੀਂ। ਆਹ ਦੇਖੋ ਆਹ ਸਾਰੀਆਂ ਚੀਜ਼ਾਂ ਲਿਖੀਆਂ। ਇਹਨਾਂ ਤੋਂ ਸਭ ਤੋਂ ਪਹਿਲਾਂ ਇਹਨਾਂ ਨੇ ਕਰਲ ਜ਼ੈਡ ਓਵਰ ਕਰਲ ਐਕਸ ਕੈਲਕੂਲੇਟ ਕੀਤਾ ਪਹਿਲੇ ਪਾਰਟ ਤੋਂ। ਦੂਜੇ ਪਾਰਟ ਤੋਂ ਕਰਲ ਜ਼ੈਡ ਓਵਰ ਕਰਲ ਵਾਈ ਵੀ ਕੈਲਕੂਲੇਟ ਕੀਤਾ, ਇਹ ਵੀ ਪਹਿਲੇ ਪਾਰਟ ਤੋਂ ਹੀ ਦੋਵੇਂ। ਫਿਰ ਡੀ ਐਕਸ ਡੀ ਟੀ ਇੱਥੋਂ ਕੈਲਕੂਲੇਟ ਕੀਤਾ ਹੋਇਆ। ਡੀ ਵਾਈ ਡੀ ਟੀ ਆ ਜਿਹੜਾ ਇਹ ਇਸੇ ਤੋਂ ਕੈਲਕੂਲੇਟ ਕੀਤਾ ਹੋਇਆ, ਚੌਥੇ ਤੋਂ। ਇਹ ਸਿੰਪਲ ਡੈਰੀਵੇਟਿਵਸ ਆ, ਇਹ ਤੁਹਾਨੂੰ ਆਉਂਦੇ ਵੀ ਆ। ਚੱਕ ਕੇ ਇੱਥੇ ਵੈਲਿਊ ਭਰਨੀ ਆ। ਕਰਲ ਜ਼ੈਡ ਓਵਰ ਕਰਲ ਐਕਸ ਦੀ ਵੈਲਿਊ ਆਹ ਭਰਤੀ, ਕਰਲ ਜ਼ੈਡ ਓਵਰ ਕਰਲ ਐਕਸ ਦੀ, ਕਰਲ ਜ਼ੈਡ ਓਵਰ ਕਰਲ ਵਾਈ ਦੀ ਆਹ, ਡੀ ਐਕਸ ਸੌਰੀ ਮਿਸਟੇਕ ਹੋ ਗਈ। ਕਰਲ ਜ਼ੈਡ ਓਵਰ ਕਰਲ ਐਕਸ ਦੀ ਆਹ ਭਰਤੀ, ਡੀ ਐਕਸ ਡੀ ਟੀ ਦੀ ਆਹ ਭਰਤੀ। ਆਹ ਦੇਖੋ ਡੀ ਐਕਸ ਡੀ ਟੀ ਸੀ ਨਾ ਨਾਲ। ਫਿਰ ਕਰਲ ਜ਼ੈਡ ਓਵਰ ਕਰਲ ਵਾਈ ਦੀ ਵੈਲਿਊ ਆਹ ਭਰਤੀ, ਡੀ ਵਾਈ ਡੀ ਟੀ ਦੀ ਆਹ ਪਈ ਹੈ ਨਾਲ। ਇਹ ਸਾਰਿਆਂ ਨੂੰ ਸਿੰਪਲੀਫਾਈ ਕਰਤਾ। ਸਿੰਪਲੀਫਾਈ ਕਰਕੇ ਆਨਸਰ ਆ ਗਿਆ। ਆਨਸਰ ਕੀ ਆਇਆ? ਇਹ ਭਾਵੇਂ ਨਾ ਵੀ ਲਿਖਦੇ ਕੋਈ ਐਡਾ ਚੱਕਰ ਨਹੀਂ ਸੀਗਾ। ਭਾਵੇਂ ਤੁਸੀਂ ਆਨਸਰ ਆਪਦਾ ਜਿਹੜਾ ਆਹ ਵੀ ਛੱਡ ਸਕਦੇ ਸੀ, ਇਕੱਲਾ ਆਹ ਵੀ ਛੱਡ ਸਕਦੇ ਸੀ, ਕੋਈ ਮਸਲਾ ਨਹੀਂ। ਪਰ ਇਹ ਬਾਅਦ 'ਚ ਕੀ ਕਹਿੰਦੇ ਆ? ਇਹ ਬਾਅਦ 'ਚ ਕਹਿੰਦੇ ਆ ਵੀ ਟੀ ਦੀ ਵੈਲਿਊ ਜੇ ਅਸੀਂ π/2 ਭਰ ਦਈਏ ਤਾਂ ਆਨਸਰ ਦੱਸੋ ਕੀ ਆਉਂਦਾ? ਉਹ ਸਿੱਧਾ ਹੀ ਆ, ਟੀ ਦੀ ਵੈਲਿਊ π/2 ਭਰ ਦਿਓ, ਤੁਹਾਨੂੰ ਕਿਹਦਾ ਪਤਾ ਨਹੀਂ ਹੈ ਕੀ ਆਊਗਾ ਆਨਸਰ। ਇਹਦੇ 'ਚ ਹੀ ਭਰ ਦਿੰਦੇ, ਭਾਵੇਂ ਇਹਦੇ 'ਚ ਹੀ ਭਰ ਦਿੰਦੇ ਤਾਂ ਵੀ ਟੀ ਦੀ ਵੈਲਿਊ ਕੀ ਆਊਗੀ? cos π/2 ਕੀ ਹੁੰਦਾ? 0, sin π/2 1। ਸੋ ਇੱਥੇ -1 ਦਾ ਸਕੇਅਰ ਪਲੱਸ 0 ਦਾ ਸਕੇਅਰ ਬਣ ਜਾਣਾ ਸੀ। ਜੇ ਇਕੱਲਾ ਇੱਥੇ ਵੀ ਛੱਡ ਦੇ ਕੀ ਆਉਣਾ ਸੀ ਆਨਸਰ? -1 ਹੀ ਆ ਜਾਣਾ ਸੀ। ਕੋਈ ਐਡਾ ਚੱਕਰ ਨਹੀਂ ਹੈ। ਅਗਲੀ ਐਗਜ਼ਾਮਪਲ ਦੇਖੋ। ਇਹਦੇ 'ਚ ਸਭ ਤੋਂ ਪਹਿਲਾਂ ਗੈਸ ਕਰੋ ਇਹ ਪੁੱਛ ਕੀ ਰਿਹਾ? ਕਰਲ ਜ਼ੈਡ ਓਵਰ ਕਰਲ ਆਰ, ਕਰਲ ਜ਼ੈਡ ਓਵਰ ਕਰਲ ਥੀਟਾ। ਜ਼ੈਡ ਆ ਜਿਹੜਾ ਫੰਕਸ਼ਨ ਕਿਹਦਾ? ਐਕਸ ਅਤੇ ਵਾਈ ਦਾ। ਐਕਸ ਵਾਈ ਅੱਗੇ ਕਿਹਦੇ ਫੰਕਸ਼ਨ ਆ? ਦੇਖੋ ਦੋ ਵੇਰੀਏਬਲ ਆ, ਇੱਕ ਆਰ ਥੀਟਾ। ਸੋ ਆਰ ਅਤੇ ਥੀਟੇ ਦੇ। ਸਭ ਤੋਂ ਪਹਿਲਾਂ ਇਹਨਾਂ ਨੇ ਕਰਲ ਜ਼ੈਡ ਓਵਰ ਕਰਲ ਆਰ ਦੀ ਵੈਲਿਊ ਕੱਢੀ ਆ, ਆਹ ਵਾਲੀ ਕੱਢੋ। ਕੀ ਹੈ? ਦੇਖੋ ਧਿਆਨ ਨਾਲ। ਕਰਲ ਜ਼ੈਡ ਓਵਰ ਕਰਲ ਆਰ, ਜ਼ੈਡ ਕਿਹਦਾ ਫੰਕਸ਼ਨ ਸੀ? ਐਕਸ ਅਤੇ ਵਾਈ ਦਾ। ਐਕਸ ਵਾਈ ਅੱਗੇ ਕਿਹਦੇ ਫੰਕਸ਼ਨ ਆ? ਆਰ ਅਤੇ ਥੀਟੇ ਦੇ। ਦੇਖੋ ਜ਼ੈਡ ਫੰਕਸ਼ਨ ਐਕਸ ਅਤੇ ਵਾਈ ਦਾ। ਆਹ ਦੇਖੋ ਕਰਲ ਜ਼ੈਡ ਓਵਰ ਕਰਲ ਐਕਸ, ਕਰਲ ਜ਼ੈਡ ਓਵਰ ਕਰਲ ਵਾਈ, ਦੋਵੇਂ ਲਾ ਲਏ, ਐਕਸ ਅਤੇ ਵਾਈ ਕਵਰ ਹੋ ਗਏ। ਹੁਣ ਐਕਸ ਵੀ ਗਾਂ ਦੋਵਾਂ ਦਾ। ਸੋ ਇਹਦਾ ਮਤਲਬ ਕਰਲ ਐਕਸ, ਕਰਲ ਆ ਗਿਆ ਇੱਥੇ, ਅੱਗੇ ਡੀ ਆਇਆ ਸੀ। ਸੋ ਕਰਲ ਐਕਸ ਓਵਰ ਕਰਲ ਆਰ, ਕਰਲ ਵਾਈ ਓਵਰ ਕਰਲ ਆਰ। ਸੋ ਉਹੀ ਇਹ ਫਾਰਮੂਲਾ ਮੈਂ ਸਮਝਾ ਚੁੱਕਿਆ ਤੁਹਾਨੂੰ, ਠੀਕ ਆ। ਇੱਥੇ ਕਰਲ ਐਕਸ ਸੀ, ਇੱਥੇ ਵੀ ਕਰਲ ਐਕਸ ਆਊ। ਇੱਥੇ ਕਰਲ ਵਾਈ ਹੈ, ਇੱਥੇ ਵੀ ਕਰਲ ਵਾਈ ਆਊਗਾ। ਜੇ ਕਰਲ ਨਾ ਆਉਂਦਾ ਇੱਥੇ ਡੀ ਵਾਈ ਆ ਜਾਣਾ ਸੀਗਾ। ਉਹ ਕਿਉਂ ਆਉਣਾ ਸੀ ਉਹ ਤੁਹਾਨੂੰ ਦੱਸਿਆ ਹੋਇਆ। ਹੁਣ ਇੱਕ ਚੀਜ਼ ਯਾਦ ਰੱਖਿਓ, ਐਂਡ ਹਮੇਸ਼ਾ ਸ਼ੁਰੂ ਜ਼ੈਡ ਤੋਂ ਹੋਣਾ, ਐਂਡ ਆਰ 'ਤੇ ਹੀ ਹੋਣਾ ਦੋਵਾਂ 'ਚ। ਅਤੇ ਥੀਟੇ ਦੀ ਇੱਥੇ ਗੱਲ ਹੀ ਨਹੀਂ ਹੋਈ। ਦੇਖੋ ਦੀਂਦਾ ਕਿਤੇ ਥੀਟਾ? ਕਿਉਂ ਨਹੀਂ ਹੋਈ? ਕਿਉਂਕਿ ਇੱਥੇ ਜ਼ੈਡ ਅਤੇ ਆਰ ਦੀ ਹੀ ਗੱਲ ਹੋਣੀ ਆ। ਆਰ 'ਤੇ ਖਤਮ ਹੋ ਜਾਣਾ ਕਿੱਸਾ, ਥੀਟਾ ਨਹੀਂ ਆਉਣਾ ਵਿੱਚ, ਠੀਕ ਆ। ਤੁਸੀਂ ਕਹੋਗੇ ਐਕਸ ਵਾਈ ਕੀ ਆ? ਫਿਰ ਇਹ ਐਕਸ ਵਾਈ ਜ਼ੈਡ ਦੇ ਫੰਕਸ਼ਨ ਸੀ, ਜ਼ੈਡ ਦੇ ਵੇਰੀਏਬਲ ਸੀ। ਜ਼ੈਡ ਫੰਕਸ਼ਨ ਹੈ ਐਕਸ ਵਾਈ ਦਾ।
ਗਾਂ ਐਕਸ ਵਾਈ ਆਰ ਤੇ ਥੀਟੇ ਦੇ ਆ, ਪਰ ਇਹਨਾਂ ਨੇ ਤਾਂ ਆਰ ਤੇ ਐਂਡ ਕਰਤਾ। ਸੋ ਐਂਡ ਥੀਟੇ ਦੀ ਗੱਲ ਨਹੀਂ ਕਰਨੀ ਇਹਨਾਂ ਚੋਂ। ਜਿਵੇਂ ਤਿੰਨ ਸਟੈਪ ਹੁੰਦੇ ਆ, ਇਹਦੀ ਵੀ ਗੱਲ ਹੋਊਗੀ, ਐਕਸ ਤੇ ਵਾਈ ਦੀ ਵੀ ਗੱਲ ਹੋਊਗੀ। ਇਹਨਾਂ ਦੋਹਾਂ ਚੋਂ ਜੇ 4 ਵੀ ਹੋਣੇ ਤੇ 5 ਵੀ ਹੁੰਦਾ, ਇੱਕ ਦੀ ਗੱਲ ਹੀ ਹੋਣੀ ਹੈ, ਬਾਕੀ ਛੱਡਣੇ ਆ। ਜਿਹੜੇ ਐਂਡ ਹੋ ਗਿਆ, ਆਹ ਜਿਹੜਾ ਇਕੱਲਾ ਐਂਡ ਵਾਲਾ ਇਕੱਲੇ ਇਹਦੀ ਗੱਲ ਹੋਣੀ ਆ, ਬਾਕੀਆਂ ਦੀ ਲਾਸਟ ਵਾਲਿਆਂ ਚੋਂ ਆਪਾਂ ਬਾਕੀਆਂ ਵੱਲ ਝਾਕਣਾ ਹੀ ਨਹੀਂ। ਸੋ ਇੱਥੇ ਹੁਣ ਬਸ ਵੈਲਿਊ ਰਹਿ ਗਈ, ਵੈਲਿਊ ਭਰਨੀ ਆ। ਕਰਲ ਜ਼ੈਡ ਓਵਰ ਕਰਲ ਐਕਸ ਦੀ ਵੈਲਿਊ ਕੀ ਆਉਂਦੀ ਹੁੰਦੀ ਹੈ, ਇੱਥੋਂ ਵੈਲਿਊ ਕੱਢ ਲਓ। ਕਰਲ ਜ਼ੈਡ ਓਵਰ ਕਰਲ ਐਕਸ ਦੀ ਆਹ ਆਊਗੀ। ਫਿਰ ਕਰਲ ਐਕਸ ਓਵਰ ਕਰਲ ਆਰ ਦੀ ਵੈਲਿਊ ਇੱਥੋਂ ਕੱਢ ਲਓ, ਕੋਸ ਥੀਟਾ ਆ ਗਈ। ਕਰਲ ਜ਼ੈਡ ਓਵਰ ਕਰਲ ਵਾਈ ਦੀ ਵੈਲਿਊ ਫਿਰ ਇੱਥੋਂ ਕੱਢ ਲਓ, ਕੀ ਆ ਗਈ, ਐਕਸ ਮਾਈਨਸ ਐਕਸ 3y ਸਕੇਅਰ। ਅਤੇ ਕਰਲ ਵਾਈ ਓਵਰ ਕਰਲ ਆਰ ਦੀ ਵੈਲਿਊ ਇੱਥੋਂ ਕੱਢ ਲਓ, ਸਾਈਨ ਥੀਟਾ। ਜਦੋਂ ਆਹ ਵੈਲਿਊ ਕੱਢਣੀ ਆ ਕਰਲ ਵਾਈ ਓਵਰ ਕਰਲ ਆਰ, ਵਾਈ ਨੂੰ ਫੰਕਸ਼ਨ ਆਫ ਆਰ ਮੰਨ ਲੈਣਾ, ਥੀਟੇ ਨੂੰ ਕੌਂਸਟੈਂਟ ਮੰਨ ਲੈਣਾ। ਇਹ ਤੁਹਾਡੇ ਨਾਲ ਪਹਿਲਾਂ ਵੀ ਬਹੁਤ ਡਿਸਕਸ ਕੀਤਾ ਹੋਇਆ, ਤੁਹਾਨੂੰ ਸਾਰਿਆਂ ਨੂੰ ਪਤਾ। ਇਹ ਵੈਲਿਊ ਪੁੱਟ ਕਰਤੀ। ਹੁਣ ਇਸ ਤੋਂ ਬਾਅਦ ਇਹਨੇ ਸਿੰਪਲੀਫਾਈ ਕੀਤਾ ਹੋਣਾ, ਹੋਰ ਕੁਛ ਨਹੀਂ। ਆ ਲਓ। ਅੱਛਾ, ਤੁਸੀਂ ਕਹੋਗੇ ਹੁਣ ਸਿੰਪਲੀਫਾਈ ਕਿੱਥੋਂ ਤੱਕ ਕਰੀਏ। ਇਹਨੇ ਆਹ ਪੇਅਰ ਜਿਹਾ ਬਣਾਤਾ ਇੱਕ ਬਹੁਤ ਸੋਹਣਾ, ਬ੍ਰੈਕਟ 'ਚ ਬੰਦ ਕਰਕੇ ਇਹਨੇ ਲਿਖਤਾ। ਰਾਜੇ ਜੇ ਤੁਸੀਂ ਇੱਥੋਂ ਤੱਕ ਵੀ ਲਿਖ ਦਿੰਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਸੀ ਏਡੀ। ਜਦੋਂ ਪ੍ਰੂਵਿੰਗ ਕੁਐਸਚਨ ਹੁੰਦਾ, ਉਦੋਂ ਜੇ ਤੁਹਾਨੂੰ ਕਿਹਾ ਉਹਨੇ ਵੀ ਸ਼ੋ ਕਰੋ ਕਰਲ ਜ਼ੈਡ ਓਵਰ ਕਰਲ ਆਰ ਇਕੁਅਲ ਟੂ ਦਿਸ, ਦੈਨ ਆਪਾਂ ਨੂੰ ਸੋਚਣਾ ਪੈਂਦਾ ਵੀ ਇਹ ਚੀਜ਼ ਕਿਵੇਂ ਪ੍ਰੂਫ ਕਰੀਏ। ਜਦੋਂ ਉਹਨੇ ਫਾਈਂਡ ਲਿਖਿਆ ਹੋਇਆ, ਜਸਟ ਫਾਈਂਡ ਲਿਖਿਆ ਹੋਇਆ, ਦੈਨ ਜਿੱਥੇ ਮਰਜ਼ੀ ਆਪਾਂ ਸਿੰਪਲੀਫਾਈ ਛੱਡ ਸਕਦੇ ਹਾਂ। ਪਰ ਇੱਕ ਚੀਜ਼ ਧਿਆਨ ਰੱਖਿਓ ਵੀ ਚੈੱਕਰ ਨੂੰ ਆਹ ਚੀਜ਼ ਜ਼ਿਆਦਾ ਪਸੰਦ ਆਊਗੀ, ਛੋਟੀ ਚੀਜ਼। ਸਿੰਪਲੀਫਾਈ ਮਤਲਬ ਸਿੰਪਲ। ਸੋ ਆਹ ਜਿਹੜਾ ਥੋੜ੍ਹਾ ਜਿਹਾ ਵੱਡਾ ਇਹ ਖਲਾਰਾ, ਸਿੰਪਲ ਨਹੀਂ ਕਹਿ ਸਕਦੇ ਇਹਨੂੰ। ਪਰ ਮੈਂ ਜੇ ਚੈੱਕ ਕਰਦਾ ਮੈਂ ਨੰਬਰ ਦੇ ਦੂੰਗਾ, ਜੇ ਚੈੱਕਰ ਨਹੀਂ ਦੇਣਾ ਚਾਹੁੰਦਾ ਤਾਂ ਨਾ ਦੇਵੇ। ਸੋ ਇਹਦਾ ਕੋਈ ਪੱਕਾ ਹਾਰਡ ਐਂਡ ਫਾਸਟ ਰੂਲ ਨਹੀਂ ਹੈ। ਕਰਲ ਜ਼ੈਡ ਓਵਰ ਕਰਲ ਥੀਟਾ ਦੀ ਵੈਲਿਊ 'ਤੇ ਆ ਜਾਓ। ਸਭ ਤੋਂ ਪਹਿਲਾਂ ਕਰਲ ਜ਼ੈਡ ਓਵਰ ਕਰਲ ਥੀਟਾ ਦੀ ਵੈਲਿਊ, ਹੁਣ ਇੱਕ ਚੀਜ਼ ਧਿਆਨ ਦਿਓ, ਇੱਥੇ ਥੀਟਾ ਦੀ ਗੱਲ ਹੋਈ ਆ, ਸੋ ਆਰ ਦੀ ਦੇਖਿਓ ਗੱਲ ਹੀ ਨਹੀਂ ਹੋਣੀ। ਐਂਡ ਵਾਲਿਆਂ 'ਚੋਂ ਉਹੀ ਇੱਕ ਪਰਟੀਕੂਲਰ ਸਿਲੈਕਟ ਹੋ ਜਾਂਦਾ, ਬਾਕੀ ਗੱਲ ਹੀ ਨਹੀਂ ਹੁੰਦੀ। ਬਾਕੀ ਇਸ ਤੋਂ ਇਲਾਵਾ ਪਹਿਲੇ 2 ਸਟੈਪ 'ਚ ਜਿੰਨੇ ਵੇਰੀਏਬਲ ਆਉਂਦੇ ਉਹਨਾਂ ਦੀ ਸਾਰਿਆਂ ਦੀ ਗੱਲ ਹੋਣੀ ਹੈ। ਜ਼ੈਡ ਕਰਲ ਜ਼ੈਡ ਓਵਰ ਕਰਲ ਐਕਸ, ਕਿਉਂਕਿ ਜ਼ੈਡ ਦੋਵਾਂ ਦਾ ਫੰਕਸ਼ਨ ਆ। ਫਿਰ ਐਕਸ ਕਿੰਨਿਆਂ ਦਾ, ਦੋਵਾਂ ਦਾ। ਫਿਰ ਕਰਲ ਐਕਸ ਓਵਰ ਕੀ ਆਊਗਾ, ਮੁਕੋਣਾ ਕਿੱਥੇ ਆ, ਥੀਟੇ 'ਤੇ ਮੁਕੋਣਾ। ਫਿਰ ਕਰਲ ਜ਼ੈਡ ਓਵਰ ਕਰਲ ਵਾਈ ਆ ਗਿਆ, ਕਿਉਂਕਿ ਜ਼ੈਡ ਦੋਵਾਂ ਦਾ ਫੰਕਸ਼ਨ ਆ। ਅਤੇ ਅੱਗੇ ਕਰਲ ਵਾਈ ਓਵਰ ਥੀਟਾ, ਕਿਉਂਕਿ ਵਾਈ ਆ ਜਿਹੜਾ ਉਹ ਆਉਣਾ ਹੀ ਆਉਣਾ ਇਹਦੇ ਕਰਕੇ। ਠੀਕ ਆ। ਕਰਲ ਕਿਉਂ ਆਉਣਾ, ਕਿਉਂਕਿ ਗਾਂ ਵਾਈ ਆ ਨਾ ਜਿਹੜਾ, ਇਹ ਵੀ ਦੋਹਾਂ ਦਾ ਫੰਕਸ਼ਨ ਆ। ਬੇਸ਼ੱਕ ਦੂਜੇ ਵੇਰੀਏਬਲ ਦੀ ਗੱਲ ਨਹੀਂ ਹੋਈ, ਕਿਉਂਕਿ ਦੋਹਾਂ ਦਾ ਫੰਕਸ਼ਨ ਆ। ਸੋ ਇੱਥੇ ਵੀ ਕਰਲ ਹੀ ਆਉਣਾ। ਐਂਡ ਕਿਹਦੇ 'ਤੇ ਹੋਣਾ, ਥੀਟੇ 'ਤੇ। ਇੱਦਾਂ ਦੀ ਚੀਜ਼ ਕਦੇ ਨਹੀਂ ਹੁੰਦੀ ਰਾਜੇ ਵੀ ਡੀ ਓਵਰ ਕਰਲ ਆ ਜੇ, ਡੀ ਥੀਟਾ ਓਵਰ ਕਰਲ ਟੀ, ਨਾ ਇਹ ਵੀ ਨਹੀਂ ਹੋ ਸਕਦਾ। ਕਰਲ ਟੀ ਓਵਰ ਡੀ ਐਕਸ ਆ ਜੇ, ਮਤਲਬ ਕਰਲ ਦੇ ਨਾਲ ਡੀ ਦਾ ਪੇਅਰ ਨਹੀਂ ਬਣਦਾ। ਜਾਂ ਤਾਂ ਕਰਲ ਹੁੰਦਾ ਜਾਂ ਡੀ ਹੁੰਦਾ। ਜਦੋਂ ਉੱਪਰ ਕਰਲ ਆ ਗਿਆ ਨੀਚੇ ਵੀ ਕਰਲ ਆਊਗਾ, ਇਹ ਯਾਦ ਰੱਖਿਓ। ਬਸ ਅੱਗੇ ਵੈਲਿਊ ਭਰਤੀਆਂ, ਠੀਕ ਆ, ਕੁਛ ਨਹੀਂ ਇਹਦੇ 'ਚ ਗਾਂ ਕੀ ਆ। ਵੈਲਿਊਜ਼ ਆ ਜਿਹੜੀਆਂ ਜਿਵੇਂ ਪਿਛਲੇ ਪਾਰਟ 'ਚ ਕੱਢੀਆਂ ਆਪਾਂ, ਕਰਲ ਜ਼ੈਡ ਓਵਰ ਕਰਲ ਐਕਸ ਸੇਮ ਆ। ਕਰਲ ਐਕਸ ਓਵਰ ਕਰਲ ਥੀਟਾ ਆਇਆ ਐਤਕੀ, ਦੇਖ ਲਓ ਕਿਵੇਂ ਆਇਆ। ਇੱਥੋਂ ਕਰਲ ਐਕਸ ਓਵਰ ਕਰਲ ਥੀਟਾ ਕੱਢਿਆ, ਕੀ ਆਊਗਾ, ਆਰ ਨੂੰ ਕੌਂਸਟੈਂਟ ਮੰਨ ਲਓਗੇ, ਕੋਸ ਥੀਟਾ ਦੀ ਕੀ ਆ ਜਾਊਗਾ, ਮਾਈਨਸ ਸਾਈਨ ਥੀਟਾ। ਸੋ ਇਹ ਆ ਗਿਆ ਕਰਲ ਐਕਸ ਓਵਰ ਕਰਲ ਥੀਟਾ। ਇੱਦਾਂ ਹੀ ਕਰਕੇ ਸਾਰੀਆਂ ਵੈਲਿਊਜ਼ ਇਹਨਾਂ ਨੇ ਕੱਢ ਲਈਆਂ। ਆਹ ਦੇਖੋ ਲਿਖਿਆ ਹੋਇਆ ਮਾਈਨਸ ਆਰ ਥੀਟਾ। ਸੇਮ ਤਰੀਕੇ ਨਾਲ ਕਰਲ ਜ਼ੈਡ ਓਵਰ ਕਰਲ ਵਾਈ ਦੀ ਵੈਲਿਊ ਸੇਮ, ਅਤੇ ਕਰਲ ਵਾਈ ਓਵਰ ਥੀਟਾ ਦੀ ਕੀ ਆ ਜਾਊਗੀ, ਆਰ ਕੋਸ ਥੀਟਾ। ਇਹਨੂੰ ਵੀ ਇਹਨੇ ਸਿੰਪਲੀਫਾਈ ਕਰਕੇ ਆਹ ਬਣਾਤਾ। ਤੁਸੀਂ ਬਣਾਉਣਾ ਇੱਥੇ ਵੀ ਰੁਕ ਸਕਦੇ ਹੋ, ਇੱਥੇ ਵੀ ਰੁਕ ਸਕਦੇ ਹੋ। ਸਿੰਪਲੀਫਾਈ ਦਾ ਮਤਲਬ ਇਹ ਹੁੰਦਾ ਵੀ ਛੋਟੇ ਤੋਂ ਛੋਟਾ ਅਤੇ ਸਿੰਪਲ। ਅੱਗੇ ਇੱਕ ਹੋਰ ਥਿਊਰਮ ਆ, ਦੇਖ ਲਈਏ। ਇੱਕ ਐਗਜ਼ਾਮਪਲ ਕਹਿਣਾ ਸੀ। ਆਹ ਕਰਦੇ ਹਾਂ, ਐਗਜ਼ਾਮਪਲ 4 ਕਰਦੇ ਹਾਂ। ਉਹ ਜਿਹੜੀ ਲੈਂਥੀ ਜੀ ਹੈ ਉੱਪਰ ਨੰਗੀ, ਇੱਕ ਵਾਰੀ ਆਪ ਟਰਾਈ ਕਰਿਓ।
ठीक है, क्योंकि अपने को टाइम 5 मिनट रह गए, जे मैं शुरू कर ली है वो बहुत लंबी चली जानी है। एच आ फंक्शन दिता होया, इन्हें बहुत कन्फ्यूज़ करके दिता होया, पर ये कन्फ्यूज़ करने वाली कोई इन्नी गल है नहीं, देखने च नहीं लगता भी बहुत ऑड जिहा फंक्शन आ रिलेशन प्रूव करना। हुण जे ध्यान नाल देखो, एच आ जिहड़ा वो फंक्शन किहदा, हाँ एफ ऐ करो जिवें इन्हें कीता, इनू एक्स मान लो, कैपिटल एक्स, इनू कैपिटल वाई, सैकेंड नू इनू कैपिटल जैड, आ चीज़ मान ली तुसीं। ठीक है, देखो एच शुरू च की दिता सी, इहदे बराबर दिता सी, पहले वेरीएबल नू कैपिटल एक्स, दूजे नू कैपिटल वाई, तीसरे नू कैपिटल जैड। हुण एच की वैल्यू दसो की आ गई, आ गई एच इज इक्वल टू, यदी वैल्यू भरती, यदी भी भरती, यदी भी भरती, एच आ जिहड़ा इहदे बराबर आ गया। पर इत्थे एक होर चीज़ आपां नूं पता लग गई, वो की कि एच आ जिहड़ा वो फंक्शन किहदा बन गया। देखो एफ किहदा फंक्शन आ, एक्स वाई जैड, इन्हां दा फंक्शन बन गया। तो अगे एक्स वाई जैड किन्हां दे फंक्शन बन गए, छोटे एक्स वाई जैड दे। देखो कैपिटल एक्स च छोटा वाई तो छोटा जैड आ, कैपिटल वाई च छोटा जैड तो छोटा एक्स आ, कैपिटल जैड च छोटी एक्स तो छोटी वाई आ। तुसीं कहोगे सर जिवें आह जैड आ, ਇਹਦੇ 'ਚ ਸਮੋਲ ਜੈਡ ਤਾਂ ਹੈ ਹੀ ਨਹੀਂ, ਮੈਂ ਕਹੂੰਗਾ ਕੋਈ ਨਾ ਐਂ ਲਿਖ ਲਓ 0 ਸਮੋਲ ਜੈਡ ਇਹਦੇ 'ਚ, ਜਾਣੀ ਕਿ ਜੈਡ ਨੂੰ ਮੈਂ ਫੰਕਸ਼ਨ ਆਫ ਸਮੋਲ ਐਕਸ ਸਮੋਲ ਵਾਈ ਸਮੋਲ ਜੈਡ ਹੀ ਲੈਣਾ। ਇਹ ਨਾ ਕਹਿ ਦਿਓ ਵੀ ਆਹ ਜੈਡ ਹੈ ਹੀ ਨਹੀਂ ਵਿੱਚ ਤੇ ਸਮੋਲ ਜੈਡ ਇਜ਼ ਅ ਫੰਕਸ਼ਨ ਆਫ ਐਕਸ ਵਾਈ। ਕੰਮ ਫਿਰ ਵੀ ਚੱਲ ਜੂਗਾ, ਕੰਮ ਫਿਰ ਵੀ ਚੱਲ ਜੂਗਾ ਰਾਜੇ, ਪਰ ਥੋੜ੍ਹਾ ਜਿਹਾ ਫਿਰ ਜ਼ਿਆਦਾ ਸੋਚਣਾ ਪਊਗਾ, ਆਪਾਂ ਨੂੰ ਦੇਖਣਾ ਪਊ ਕਿਹਦੇ 'ਚ ਜੈਡ ਹੈਗਾ ਕਿਹਦੇ 'ਚ ਨਹੀਂ, ਆਨਸਰ ਸੇਮ ਹੀ ਆਉਣਾ ਹੁੰਦਾ। ਸੋ ਇੱਥੇ ਆਪਣੇ ਕੋਲ ਸਿੱਧੀ ਸਿੱਧੀ ਚੀਜ਼ ਬਣ ਗਈ ਵੀ ਮੈਂ ਤੁਹਾਨੂੰ ਉੱਪਰ ਲਿਖ ਕੇ ਦਿਖਾਉਂਦਾ ਸਾਫ਼ ਜਗ੍ਹਾ 'ਤੇ, ਆਪਣੇ ਕੋਲ ਆਹ ਚੀਜ਼ ਆ ਗਈ, ਐਚ ਇਜ਼ ਅ ਫੰਕਸ਼ਨ ਆਫ ਐਕਸ ਵਾਈ ਜ਼ੈਡ, एक्स वाई जैड आर फंक्शन ऑफ स्मॉल एक्स स्मॉल वाई स्मॉल जैड। हरेक एक्स इन्हां तिन्नां दा फंक्शन है, हरेक वाई कैपिटल वाई इन्हां तिन्नां दा फंक्शन है, जैड कैपिटल इन्हां तिन्नां छोटियां दा फंक्शन है। सो इत्थे हुण इन्हां ने जिवें सब तो पहलां लिखिया करल एच ओवर करल एक्स लिखिया होया स्टेटमेंट च, ये किवें कैलकुलेट होऊगा, आ वड्डी आ समॉल आ, एच किहदा फंक्शन आ, थोड़ा जिहा छोटा करके पहलां तुहानूं दिखा दा स्टेटमेंट दिखा दा। आ देखो करल एच ओवर करल एक्स कैलकुलेट करो कहंदा, फिर वाई वाला, फिर जैड वाला, फिर जोड़ो। कैलकुलेट पहलां किवें करनी है आपां नूं देखना पऊ। हुण थोड़ा छोटा करके मैं लिखण लगा, एच इज़ अ फंक्शन ऑफ एच इज़ अ फंक्शन ऑफ एक्स वाई जैड, तो हरेक की है छोटा एक्स छोटा वाई छोटे जैड का फंक्शन। करल एच ओवर करल छोटा एक्स, ये कैलकुलेट करना। हुण एच किहदा फंक्शन आ, पहलां तो वो लिख दो सारे, गलत हो गया, कैपिटल एक्स, ये ध्यान रखियो उत्थे किते कैपिटल की जगह छोटी ना बह जे, ये हो गया। हुण कैपिटल एक्स किन्ना दा फंक्शन है, तिन्नां दा, सो इत्थे करल ते एंड किहदे ते होना, इहदे ते, इत्थे भी करल वाई क्योंकि तिन्नां दा फंक्शन है, एंड किहदे ते होना, एक्स ते, इत्थे विच फिर प्लस आ जाती हुंदी है, ते जैड फिर करल जैड एंड एक्स ते ही होना। आ जिहड़ा फंक्शन आ ये बन जूगा फार्मूला। सो इत्थे आपां आ गए हुण वापस क्वेश्चन ते चलीए, किधर गया, आ गया, आ देखो आ फार्मूला ये उही है ना जो मैं हुणे लिख के आया, एच पहला करल एच ओवर करल एक्स, फिर करल एक्स ओवर समॉल एक्स, फिर करल एच ओवर करल वाई ओवर करल एक्स ते खत्म करो। बच्चे पता की करते हैं, कई बार करल वाई ओवर इत्थे करल समॉल वाई लिख देंगे आ, मैं तां ज़्यादा जोर दे रहा खत्म होने वाली चीज़ ते, शुरू का तो सारिਆਂ ਨੂੰ पता ही होंदा करल जैड ओवर करल एक्स। सो ये सारियां वैल्यूज़ आ ਜਿਹੜੀਆਂ कैपिटल वालियां, ये तो मैनू कैलकुलेट मैं कर ही नहीं सकता, क्यों, क्योंकि मैनू पता ही नहीं एफ की है। जे तो मेरे को यह जिहा फंक्शन दिता होंदा कैपिटल एक्स स्केयर प्लस वाई प्लस जैड,
ਫਿਰ ਮੈਂ ਕੱਢ ਲੈਂਦਾ। ਕਰਲ ਐਚ ਓਵਰ ਕਰਲ ਐਕਸ ਇੱਥੇ ਕੀ ਆ ਜਾਣੀ ਸੀ 2 ਕੈਪੀਟਲ ਐਕਸ। ਪਰ